ਅੱਜ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਉਚੇਚੇ ਤੌਰ ਉੱਤੇ ਮਜਾਰੀ ਟੋਲ ਪਲਾਜ਼ਾ ਉੱਤੇ ਪਹੁੰਚੇ। ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਚੱਲ ਰਿਹਾ ਤੇ ਕੇਂਦਰ ਦੀ ਸਰਕਾਰ ਨਾਲ ਸਾਡੀ ਲੜਾਈ ਸਿਰਫ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਹੈ। ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਅਤੇ ਜਸਵੰਤ ਸਿੰਘ ਪਟਵਾਣਾ ਨੇ ਵੀ ਸਰਕਾਰ ਵੱਲੋਂ 3 ਕਾਨੂੰਨ ਜਬਰੀ ਥੋਪਣ ਦੇ ਉੱਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। BBC ਪੰਜਾਬ ਟੀਵੀ ਲਈ ਬਲਾਚੌਰ ਤੋਂ ਹਰਮੇਲ ਸਹੋਗੜਾ ਦੀ ਰਿਪੋਰਟ। ਹਾਂਜੀ, ਸਾਡਾ ਤਾਂ ਜੀ ਇੱਕੋ ਮਕਸਦ ਆ, ਜਿਹੜੀਆਂ ਸਾਡੇ ਜਥੇਬੰਦੀਆਂ ਬੈਠੀਆਂ, ਅਸੀਂ ਇੱਥੋਂ ਵੀ ਜਾਂਦੇ ਹਾਂ, ਪਿੰਡਾਂ 'ਚ ਟੀਮਾਂ ਬਣਾਈਆਂ ਹੋਈਆਂ ਕਿ ਅਸੀਂ ਜਿਹੜੇ 3 ਕਾਲੇ ਕਾਨੂੰਨ ਸਰਕਾਰ ਨੇ ਬਣਾਏ ਸੀ ਉਹਨਾਂ ਨੂੰ ਆਪਾਂ ਰੱਦ ਕਰਵਾਉਣਾ। ਹੋਰ ਸਾਡੀ ਕੋਈ ਸਰਕਾਰ ਦੇ ਨਾਲ ਨਾ ਜਾਂ ਕਿਸੇ ਹੋਰ ਕਹਿ ਲਓ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ। ਸਾਡਾ ਸਾਰਿਆਂ ਦਾ ਇੱਕ ਹੀ ਮਕਸਦ ਆ ਕਿ ਅਸੀਂ ਕਿਸਾਨੀ ਨੂੰ ਬਚਾਉਣਾ, ਆਪਣੀਆਂ ਜ਼ਮੀਨਾਂ ਬਚਾਉਣੀਆਂ, ਅਸੀਂ ਆਪਣੀ ਹੋਂਦ ਨੂੰ ਕਾਇਮ ਰੱਖਣਾ। ਕਿਉਂਕਿ ਜਿਹੜਾ ਉਹ ਝੂਠਾ ਪ੍ਰਚਾਰ ਕਰ ਰਹੇ ਆ ਜੀ, ਕਿਸਾਨ ਨਹੀਂ ਉੱਥੇ ਅਸਲੀ ਕਿਸਾਨ ਨਹੀਂ, ਅੱਤਵਾਦੀ ਹੈ ਜੀ, ਫਲਾਣਿਆ ਜੇ ਇੱਦਾਂ ਦਾ, ਇਹ ਸਰਕਾਰ ਦੀਆਂ ਕੋਝੀਆਂ ਚਾਲਾਂ ਸਾਨੂੰ ਬਖੇਰਨੇ ਵਾਸਤੇ ਇੱਦਾਂ ਦਾ ਕੰਮ ਕਰ ਰਹੀਆਂ। ਕਿਉਂਕਿ ਅਸੀਂ ਉਹਨਾਂ ਚਾਲਾਂ ਤੋਂ ਬਚ ਕੇ ਆਪਣੇ ਆਪ ਨੂੰ ਸੁਚੇਤ ਰੱਖ ਕੇ ਜੋਸ਼ ਦੇ ਨਾਲ ਹੋਸ਼ ਦੇ ਨਾਲ ਕੰਮ ਲੈ ਕੇ ਅਸੀਂ ਇਹ ਸਾਡਾ ਇਹ ਆ ਕਿ ਆਪਾਂ ਸ਼ਾਂਤਮਈ ਅੰਦੋਲਨ ਆਪਣਾ ਰੱਖੀਏ। ਅਤੇ ਪਿੰਡਾਂ ਦੇ ਵਿੱਚੋਂ ਜਿੱਦਾਂ ਅਸੀਂ ਕਿਸੇ ਪਿੰਡ 'ਚੋਂ 5 ਬੰਦੇ, ਕਿਸੇ ਪਿੰਡ 'ਚੋਂ 10 ਬੰਦੇ ਅਲੱਗ-ਅਲੱਗ ਟੀਮਾਂ ਬਣੀਆਂ ਆ, ਆਪਣੀਆਂ ਗੱਡੀਆਂ ਪੱਕੀਆਂ ਲਾਈਆਂ ਆ ਕਿ ਹਫ਼ਤੇ ਆਪਾਂ ਉਹ ਬੰਦੇ ਪਹਿਲੇ ਚਲੇ ਜਾਂਦੇ ਆ, ਗਏ ਹੁੰਦੇ ਉਹਨਾਂ ਨੂੰ ਵਾਪਸ ਲੈ ਆਈਦਾ ਅਤੇ ਹੋਰ ਨਵੇਂ ਬੰਦੇ ਛੱਡੀ ਆਈਦੇ। ਇੱਕ ਦੂਜੇ ਨਾਲ ਜਿਹੜਾ ਕੰਮ ਕਰ ਵੀ ਆ, ਮੈਂ ਤਾਂ ਇਹ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਆਪਣਾ ਜਿਹੜਾ ਕੰਮ ਕਰਿਆ ਰਲ ਮਿਲ ਕੇ ਕਰ ਲਈਏ। ਜੇ ਕਿਸੇ ਦਾ ਕੋਈ ਬੰਦਾ ਸਾਡਾ ਦਿੱਲੀ ਗਿਆ, ਉਹਦਾ ਪਿੱਛੇ ਕੋਈ ਕੰਮ ਕਰ ਰਿਹਾ, ਅਸੀਂ ਉਹਨੂੰ ਸਹਿਯੋਗ ਦਈਏ। ਇਹ ਜਿਹੜਾ ਅੰਦੋਲਨ ਹੈ ਸਾਨੂੰ ਇਹ ਲੱਗਦਾ ਕਿ ਹੁਣ ਲੰਬਾ ਚੱਲੂਗਾ ਥੋੜ੍ਹਾ, ਉਹਨੂੰ ਲੰਬਾ ਚੱਲਣੇ ਦੇ ਲਈ ਸਾਨੂੰ ਉੱਦਾਂ ਦੀ ਹਮਾਇਤ ਹਰ ਤਰ੍ਹਾਂ ਦੀ ਅੰਦੋਲਨ ਨੇ ਵੀ ਕਰਨੀ ਪੈਣੀ। ਅਸੀਂ ਆਪਣੇ ਕਾਰੋਬਾਰ ਵੀ ਕਰਨੇ ਆ ਸਾਰੇ, ਕਿਉਂਕਿ ਸਰਕਾਰ ਤਾਂ ਬਹੁਤ ਦੇਰ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਅੰਦੋਲਨ ਵਤੀਰਿਆ ਜਾਵੇ, ਪਰ ਨਹੀਂ, ਅਸੀਂ ਸਰਕਾਰ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣੀਆਂ। 26 ਜਨਵਰੀ ਨੂੰ ਸਰਕਾਰ ਨੇ ਬਹੁਤ ਵੱਡੀ ਚਾਲ ਦਿੱਤੀ ਸੀ, ਪਰ ਉਹਦੇ ਵਿੱਚ ਵੀ ਉਹ ਸਰਕਾਰ ਫੇਲ ਹੋਈ ਆ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜਿਹੜਾ ਸਰਕਾਰ ਦਾ ਕਿਸਾਨ ਮਾਰੂ ਰਵੱਈਆ ਆ, ਅਸੀਂ ਉਹਦੇ ਬਹੁਤ ਖਿਲਾਫ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਅਧਿਕਾਰ ਆ, ਆਪਣਾ ਆਪਣਾ ਜਿਹੜਾ ਕਾਰੋਬਾਰ ਸਾਡਾ ਚੱਲਦਾ ਹੈ ਉਹਨੂੰ ਸਾਡੇ ਕਾਰੋਬਾਰ ਨੂੰ ਨਾ ਨੁਕਸਾਨਿਆ ਜਾਵੇ। ਤਾਂ ਅਸੀਂ ਇਸ ਚੀਜ਼ ਲਈ ਆਪਣੀ ਜਦੋਜਹਿਦ ਜਿੰਨੀ ਵੀ ਹੈਗੀ, ਜਿੰਨਾ ਚਿਰ ਨਹੀਂ ਸਾਡੇ ਕਾਨੂੰਨ ਵਾਪਸ ਹੁੰਦੇ ਅਸੀਂ ਜਾਰੀ ਰੱਖਾਂਗੇ। ਅਗਲੀ ਰਣਨੀਤੀ ਕੋਈ ਜੀ ਬਣੀ ਹੈ ਉੱਥੇ ਕੋਈ? ਅਗਲੀ ਰਣਨੀਤੀ ਅੱਜ ਵੀ ਸਾਡੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਇਸ ਵੇਲੇ। ਉਹਦੇ ਵਿੱਚ ਸਰਦਾਰ ਕੁਲਦੀਪ ਸਿੰਘ ਦਿਆਲਾ ਜੋ ਸਾਡੇ ਵਿੱਤ ਸਕੱਤਰ ਹੈ ਜਥੇਬੰਦੀ ਦੇ, ਉਹ ਵਿੱਚ ਭਾਗ ਲੈ ਰਹੇ ਆ। ਉਹ ਸ਼ਾਮ ਤੱਕ ਰਿਪੋਰਟ ਆ ਜੂਗੀ ਅੰਦੋਲਨ ਦੀ ਰਣਨੀਤੀ ਕੀ ਆ। ਪਹਿਲਾਂ ਸਾਡੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ ਪੂਰੇ ਸੰਯੁਕਤ ਮੋਰਚੇ ਦੀ ਹੁੰਦੀ ਆ। ਪੂਰੀ ਸਹਿਮਤੀ ਨਾਲ ਹਰ ਪ੍ਰੋਗਰਾਮ ਉਲੀਕਿਆ ਜਾਂਦਾ। ਅਤੇ ਬਾਕੀ ਸਰਕਾਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਵੀ 1 ਕੌਲ ਦੀ ਦੂਰੀ 'ਤੇ ਆ, ਉਹ 1 ਕੌਲ ਉਹ ਉਹੀ ਕਹਿ ਰਹੇ ਆ ਵੀ ਜਿਸ ਤਰ੍ਹਾਂ ਉਹਨਾਂ ਦੀ ਪ੍ਰਪੋਜ਼ਲ ਆਈ ਸੀ ਵੀ ਇਹਨੂੰ 1.5-2 ਸਾਲ ਵਾਸਤੇ ਅਸੀਂ ਹੋਲਡ ਕਰ ਦਿੰਦੇ ਹਾਂ ਅਤੇ ਜਾਂ ਉਸ ਤੋਂ ਵੱਧ ਸਮੇਂ ਲਈ ਵੀ ਹੋਲਡ ਕਰ ਦਿੰਦੇ ਹਾਂ, ਇਹਦਾ ਐਫੀਡੈਵਿਟ ਦੇ ਦਿੰਦੇ ਹਾਂ। ਪਰ ਕਿਤੇ ਨਾ ਕਿਤੇ ਹਜੇ ਜਥੇਬੰਦੀਆਂ ਇਸ ਗੱਲ ਨੂੰ ਬਿਲਕੁਲ ਨਹੀਂ ਸਹਿਮਤ, ਅਸੀਂ ਵੀ ਨਹੀਂ ਸਹਿਮਤ। ਜੋ ਸਾਡੀ ਦੁਆਬਾ ਕਿਸਾਨ ਯੂਨੀਅਨ ਦਾ ਵੀ ਇਹ ਏਜੰਡਾ ਆ ਭਈ ਅਸੀਂ ਤਾਂ ਇਹ ਕਾਨੂੰਨ ਰੱਦ ਕਰਾਉਣੇ ਆ। ਹੋਰ ਜਦੋਂ ਜਿਹੜੇ ਕਾਨੂੰਨ ਸਾਨੂੰ ਚਾਹੀਦੇ ਹੀ ਨਹੀਂ, ਉਹ ਸਰਕਾਰ ਸਾਡੇ 'ਤੇ ਧੱਕੇ ਨਾਲ ਥੋਪ ਰਹੀ ਆ, ਸਾਨੂੰ ਉਹਨਾਂ ਚੀਜ਼ਾਂ ਦਾ ਫਾਇਦਾ ਹੀ ਨਹੀਂ। ਇਹ ਸਰਕਾਰ ਨੇ ਕੇਵਲ ਅਤੇ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਜੋ ਵਿਸ਼ਵ ਦਾ ਵਪਾਰ ਆ, ਸਾਡੀ ਲੜਾਈ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਵੀ ਸਾਡੀ ਪੂਰੇ ਵਿਸ਼ਵ ਦੇ ਵਪਾਰ ਨਾਲ ਆ, ਜਿਹਦੇ ਵਿੱਚ ਇਹ ਅੰਬਾਨੀ ਅਡਾਨੀ ਵੀ ਵਿੱਚ ਹੀ ਆਉਂਦੇ ਆ। ਜੋ ਬਾਹਰਲੀਆਂ ਵਿਦੇਸ਼ੀ ਤਾਕਤਾਂ ਆ ਉਹ ਵੀ ਕਿਤੇ ਨਾ ਕਿਤੇ ਸਾਡੇ ਇਹਨਾਂ ਖੇਤੀ ਕਾਨੂੰਨਾਂ ਨੂੰ ਸਰਕਾਰ 'ਤੇ ਪ੍ਰੈਸ਼ਰ ਪਾ ਰਹੀ ਆ ਵੀ ਸਰਕਾਰ ਨਾ ਵਾਪਸ ਲਵੇ। ਇਹ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕਿਆ। ਔਰ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਬਿਲਕੁਲ ਨਹੀਂ ਪਿੱਛੇ ਹਟਾਂਗੇ। ਅੰਦੋਲਨ ਸਾਡਾ ਸ਼ਾਂਤੀਪੂਰਵਕ, ਪਹਿਲਾਂ ਵੀ 5 ਮਹੀਨਿਆਂ ਤੋਂ ਅੰਦੋਲਨ ਸ਼ਾਂਤੀਪੂਰਵਕ ਆ, ਅੱਗੇ ਵੀ ਅਸੀਂ ਸ਼ਾਂਤੀਪੂਰਵਕ ਚੱਲ ਰਹੇ ਹਾਂ। ਜੋ ਹੁਣ ਮੂਹਰੇ ਗਰਮੀ ਦਾ ਸਮਾਂ ਆ ਰਿਹਾ, ਅਸੀਂ ਉਹ ਗਰਮੀ ਦੀਆਂ ਵਸਤਾਂ ਜੋ ਸਾਨੂੰ ਜ਼ਰੂਰਤਾਂ ਆ ਉਹ ਵੀ ਅਸੀਂ ਲਿਜਾ ਰਹੇ ਹਾਂ। ਪੱਕੇ ਉੱਥੇ ਕੈਂਪ ਬਣੇ ਹੋ ਆ, ਸ਼ੈੱਡਾਂ ਪਈਆਂ ਆ, ਪਾਣੀ ਦਾ ਪ੍ਰਬੰਧ ਆ, ਹਰ ਤਰ੍ਹਾਂ ਦੀ ਸਹੂਲਤ ਉੱਥੇ ਮਿਲ ਰਹੀ ਆ। ਸਾਰੇ ਕਿਸਾਨ ਵੀਰ ਮੇਰੇ ਜਾ ਕੇ ਉੱਥੇ ਦੇਖ ਆਏ ਆ, ਕੋਈ ਡਰ ਵਾਲੀ ਗੱਲ ਨਹੀਂ। ਜੋ ਇਹ ਨੈੱਟ ਬੰਦ ਕਰ ਦੇਣਾ, ਕਿੱਲਾਂ ਠੋਕ ਦੇਣੀਆਂ, ਇਹ ਆਉਣ ਵਾਲੇ ਸਮੇਂ 'ਚ BJP ਸਰਕਾਰ ਨੂੰ ਬਹੁਤ ਇਹਦਾ
ਘਾਟਾ ਝੱਲਣਾ ਪਊਗਾ ਇਸ ਪਾਰਟੀ ਨੂੰ। ਬਿਲਕੁਲ ਨਹੀਂ, ਇਹ ਬਿਲਕੁਲ ਪੂਰੇ ਦੇਸ਼ ਵਿੱਚੋਂ ਸਪਾਇਆ ਹੋਊਗਾ ਜੋ ਇਹ ਨੀਤੀਆਂ ਇਹ ਸਰਕਾਰ। ਅਸੀਂ ਤਾਂ ਹਜੇ ਵੀ ਤੁਹਾਡੇ ਇਹ ਮਾਧਿਅਮ ਰਾਹੀਂ ਇਹ ਪ੍ਰਧਾਨ ਮੰਤਰੀ ਨੂੰ ਕਹਾਂਗੇ, ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਵੀ 21 ਤਰੀਕ ਨੂੰ ਕੇਂਦਰ ਸਰਕਾਰ ਦੀ ਕੈਬਨਿਟ ਮੀਟਿੰਗ ਆ, ਵੀ ਬਿਲਕੁਲ ਇਹ ਸਪਸ਼ਟ ਹੋ ਕੇ ਸਾਰੇ ਸਰਕਾਰ ਨੂੰ ਸਹਿਮਤ ਹੋ ਜਾਣਾ ਚਾਹੀਦਾ। ਇਹਦੇ ਵਿੱਚ ਇਹ ਦੇਸ਼ ਦੀ ਭਲਾਈ ਆ, ਇਹਦੇ ਵਿੱਚ ਇਹ ਦੇਸ਼ ਦੀ ਤਰੱਕੀ ਆ। ਬਿਲਕੁਲ ਇਹ ਤਿੰਨੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ। ਇਹੀ ਸਾਡੀਆਂ ਮੇਨ ਮੰਗਾਂ ਆ। ਕੇਵਲ ਤੇ ਕੇਵਲ ਕਿਸਾਨੀ ਮੰਗਾਂ 'ਤੇ ਅਸੀਂ ਅੰਦੋਲਨ ਲੜ ਰਹੇ ਹਾਂ ਅਤੇ ਇਸ ਕਰਕੇ ਉਹ ਬਿਲਕੁਲ ਉਹਦੇ 'ਤੇ ਅਸੀਂ ਸਪਸ਼ਟ ਵਾਂ। ਕੋਈ ਵਿਚਲਾ ਰਸਤਾ ਸਰਕਾਰ ਕਹਿੰਦੀ ਆ ਕੱਢਣ ਨੂੰ। ਆਗੂ ਬੜੇ ਸੁਚੇਤ ਆ, ਪੜ੍ਹੇ ਲਿਖੇ ਆ, ਸਾਡੇ ਸਿਲੈਕਟਡ ਆਗੂ ਬੋਲਦੇ ਆ। ਅਸੀਂ ਵੀ ਵਿੱਚ ਬੈਠੇ ਹੋਈ ਦਾ ਮੀਟਿੰਗ ਬੜੇ ਉੱਥੇ ਅਨੁਸ਼ਾਸਨ ਵਿੱਚ ਰਹਿ ਕੇ ਬੜੀ ਸ਼ਾਂਤੀਪੂਰਵਕ ਮੀਟਿੰਗ ਹੁੰਦੀ ਆ, ਪਰ ਕਿਤੇ ਨਾ ਕਿਤੇ ਸਰਕਾਰ ਹਜੇ ਉਹਦੀ ਮਨਸ਼ਾ ਨਹੀਂ ਹੈ ਕਾਨੂੰਨ ਰੱਦ ਕਰਾਉਣ ਦੀ। ਅਸੀਂ ਕਾਨੂੰਨ ਰੱਦ ਕਰਾਉਣੇ ਆ। ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਆਵਾਂਗੇ ਪੰਜਾਬ ਤੋਂ, ਦਿੱਲੀ ਤੋਂ। ਕੇਵਲ ਤੇ ਕੇਵਲ ਹਰ ਇੱਕ ਜਥੇਬੰਦੀ ਦਾ ਇਹੀ ਮੰਨਵਾ, ਔਰ ਕੋਈ ਨਹੀਂ ਪਿੱਛੇ ਹਟਣੇ ਨੂੰ ਤਿਆਰ, ਚਾਹੇ ਕੋਈ ਕੁਛ ਬੋਲੀ ਜਾਵੇ। ਬਾਕੀ ਜਿਹੜੀ ਨੌਜਵਾਨਾਂ ਦੀ ਗੱਲ ਆ, ਜੋ ਸਾਡੇ ਇੱਕ ਇਹ ਵੀ ਸਾਡਾ ਮੇਨ ਐਤਕੀ ਹੁਣ ਮੋਹਰੇ ਏਜੰਡਾ ਆ ਵੀ ਜਦ ਤੱਕ ਸਾਡੇ ਨੌਜਵਾਨ ਨਹੀਂ ਰਿਹਾ ਕਰਦੇ, ਜੋ 26 ਤਰੀਕ ਨੂੰ ਅਰੈਸਟ ਕੀਤੇ ਉਹ ਜੋ ਜਿਨ੍ਹਾਂ ਨੂੰ ਨਿਰਦੋਸ਼ਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਆ ਸਰਕਾਰ ਨੇ ਆਪਣੇ ਪ੍ਰੀ ਪਲਾਨ ਦੇ ਹਿਸਾਬ ਨਾਲ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਲੱਖਾ ਸਿਧਾਣਾ ਹੋਵੇ, ਜਾਂ ਕੋਈ ਹੋਰ ਮੇਰੇ ਵੀਰ ਹੋਣੇ ਆ। 9 ਦੀ ਲੜਕੀ ਆ ਸਾਡੀ ਭੈਣ, ਜਦ ਤੱਕ ਇਹ ਨੌਜਵਾਨ ਰਿਹਾ ਨਹੀਂ ਹੋ ਜਾਂਦੇ ਬਿਲਕੁਲ ਨਹੀਂ ਅਸੀਂ ਸਰਕਾਰ ਨਾਲ ਸਹਿਮਤ ਹੋਵਾਂਗੇ। ਪਹਿਲਾਂ ਇਹ ਸਾਰਿਆਂ ਨੂੰ ਰਿਹਾ ਕਰਾਵਾਂਗੇ, ਫਿਰ ਕਾਨੂੰਨਾਂ 'ਤੇ ਕੱਲ੍ਹ ਜੋ ਵੀ ਹੋਊਗੀ ਬਿਲਕੁਲ ਸਪਸ਼ਟ ਵਾ। ਕਿਸੇ ਦੇ ਆਪਣੇ ਆਪਣੇ ਜਥੇਬੰਦੀ ਦੇ ਵਿਚਾਰ ਹੋ ਸਕਦੇ ਆ, ਪਰ ਦੁਆਬਾ ਕਿਸਾਨ ਯੂਨੀਅਨ ਦਾ ਬਿਲਕੁਲ ਨਹੀਂ ਇਹ ਵਿਚਾਰ ਕਿ ਸਾਡਾ ਇੱਕ ਵੀ ਨੌਜਵਾਨ ਸਰਕਾਰ ਦੀ ਜੇਲ੍ਹ ਵਿੱਚ ਰਹੇ ਜਾਂ ਉਹਨਾਂ ਦੀ ਉਹ ਤਸ਼ੱਦਦ ਕਰਨ ਉੱਤੇ। ਬਿਲਕੁਲ ਅਸੀਂ ਆਪਣੇ ਨੌਜਵਾਨਾਂ ਨਾਲ ਖੜ੍ਹੇ ਹਾਂ, ਚਾਹੇ ਉਹ ਕੋਈ ਵੀ ਹੋਵੇ। ਅਸੀਂ ਬਿਲਕੁਲ ਇਹ ਸਰਕਾਰ ਦੇ ਬਿਲਕੁਲ ਖਿਲਾਫ ਆ ਜੋ ਸਾਡੇ ਧੱਕੇ ਨਾਲ ਨੌਜਵਾਨ ਨੂੰ ਨਹੀਂ ਜੇਲ੍ਹਾਂ 'ਚ ਵੀ ਰੱਖੇ ਹੋ ਆ। ਸਾਡੇ ਏਰੀਏ ਦਾ ਜ਼ਿਲ੍ਹੇ ਦਾ ਮੁੰਡਾ ਰਣਜੀਤ ਸਿੰਘ, ਉਹਨਾਂ ਦੀ ਵੀ ਫੈਮਿਲੀ ਗਈ ਸੀ। ਅਸੀਂ ਬੜੀ ਦੁਆਬਾ ਕਿਸਾਨ ਯੂਨੀਅਨ ਵੱਲੋਂ ਵਕੀਲਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਉੱਥੇ ਤੇ ਮੁਲਾਕਾਤ ਤੇ ਉਹ ਪਹੁੰਚੇ, ਉਹਨਾਂ ਦੀ ਮੁਲਾਕਾਤ ਹੋਈ। ਸਾਨੂੰ ਵੀ ਮਨ ਨੂੰ ਖੁਸ਼ੀ ਹੋਈ ਇਸ ਗੱਲ ਦੀ ਭਈ ਅਸੀਂ ਆਪਣੇ ਜੋ ਸਾਡੇ ਜ਼ਿਲ੍ਹੇ ਦਾ ਨੌਜਵਾਨ ਵਾ। ਵੈਸੇ ਤਾਂ ਅਸੀਂ ਸਾਡੀ ਇਹ ਧਰਮ ਵਾ ਵੀ ਅਸੀਂ ਹਰ ਇੱਕ ਚਾਹੇ ਉਹ ਦੇਸ਼ 'ਚ ਕਿਤੇ ਦਾ ਨੌਜਵਾਨ ਹੋਵੇ ਉਹਦੇ ਲਈ ਪਾਬੰਦ ਵਾ ਵੀ ਅਸੀਂ ਉਹਦੀ ਪੈਰਵਾਈ ਉੱਥੇ ਕਰਨੀ ਹੈ। ਪਰ ਖਾਸ ਕਰਕੇ ਨਵਾਂਸ਼ਹਿਰ ਜ਼ਿਲ੍ਹੇ ਦਾ ਜੋ ਰਣਜੀਤ ਸਿੰਘ ਗ੍ਰਿਫਤਾਰ ਹੋਇਆ ਸੀ, ਉਹਨਾਂ ਦੀ ਵੀ ਫੈਮਿਲੀ ਮੁਲਾਕਾਤ ਕਰਕੇ ਆਈ ਆ, ਸਾਡੇ ਕੋਲ ਰਾਤ ਰਹਿ ਕੇ ਆਈ ਆ। ਉਹ ਵੀ ਸੰਤੁਸ਼ਟ ਵਾ ਇਸ ਗੱਲ ਤੋਂ ਵੀ ਕੋਈ ਗੱਲ ਨਹੀਂ, ਇਹ ਜਦੋਂ ਅੰਦੋਲਨ ਖਤਮ ਹੋਣਾ ਇਹ ਕੇਸ ਵੀ ਸਾਰੇ ਖਤਮ ਹੋ ਜਾਣੇ ਆ ਸਾਡੇ। ਮੈਂ ਤੁਹਾਨੂੰ ਦੱਸਦਾ ਵੀ ਇਹ ਸਾਡੇ 40 ਆਗੂਆਂ ਦੇ ਵੀ ਪਰਚੇ ਆ, ਮੇਰੇ ਖੁਦ ਤੇ ਪਰਚਾ ਹੈਗਾ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।